ਸੁਭਾਈ ਮਾਨ ਹੈ। ਕਾਂਛੀ ਤੇ ਕਲ ਚਲ ਸੰਗਤ ਆਈ, ਦਰਸ਼ਨ ਕਰ ਬੇਚਾਹ ਵਧਾਈ। ਉਸ ਸਮੇਂ ਕਾਂਛੀ ਦੀ ਧਰਤੀ ਤੋਂ ਕੁਝ ਸੰਗਤ ਚੱਲ ਕੇ ਆਈ ਹੈ, ਜਿਨ੍ਹਾਂ ਨੂੰ ਗੁਰੂ ਜੀ ਦੇ ਦਰਸ਼ਨ ਕਰਨ ਦੀ ਮਨ ਵਿੱਚ ਬੜੀ ਇੱਛਾ ਸੀ। ਏਕ ਸਿੱਖ ਤਿਨ ਮੈਂ ਮਤਵੰਤਾ, ਦਰਸ਼ਨ ਕੋ ਤੂਰਨ ਲਲ ਚੰਤਾ। ਇਸ ਕਾਂਛੀ ਦੀ ਸੰਗਤ ਦੇ ਵਿੱਚ ਇੱਕ ਬੜਾ ਸਿਆਣਾ ਸੂਝਵਾਨ ਬੁੱਧੀਮਾਨ ਗੁਰਸਿੱਖ ਹੈ। ਇਹਦੇ ਮਨ ਵਿੱਚ ਗੁਰੂ ਜੀ ਦੇ ਦਰਸ਼ਨ ਕਰਨ ਦੀ ਬੜੀ ਤਾਂਘ ਹੈ ਕਿ ਛੇਤੀ ਤੋਂ ਛੇਤੀ ਸਤਿਗੁਰੂ ਜੀ ਦੇ ਦਰਸ਼ਨ ਕਰਾਂ। ਸੰਗਤ ਸ਼ੋਰ ਵਿਪਾਸਾ ਪਾਸੀ, ਸੁਣ ਸੁਧ ਗਇਓ ਜਹਾਂ ਸੁਖ ਰਾਸੀ। ਇਹ ਕਾਂਛੀ ਦੀ ਸੰਗਤ ਦੇ ਨਾਲ ਆਇਆ, ਪਰ ਸੰਗਤ ਨੂੰ ਬਿਆਸ ਦਰਿਆ ਦੇ ਕੰਢੇ 'ਤੇ ਛੱਡ ਕੇ ਇਹ ਆਪ ਇਕੱਲਾ ਹੀ ਗੁਰੂ ਜੀ ਬਾਰੇ ਸੁਣ ਕੇ ਕਿ ਸਤਿਗੁਰੂ ਜੀ ਜਿਹੜੇ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਗਏ ਨੇ, ਜਿੱਥੇ ਸਤਿਗੁਰੂ ਜੀ ਬਿਰਾਜਮਾਨ ਸੀ, ਉੱਥੇ ਪਹੁੰਚ ਗਿਆ। ਆਮਿਕ ਮਦ ਨੇ ਅੰਗੀਕਾਰੇ, ਧਰੇ ਸੁਮਤ ਪਰਲੋਕ ਸੁਧਾਰੇ। ਇਹ ਸਿੱਖ ਮਾਸ ਤੇ ਸ਼ਰਾਬ ਦਾ ਸੇਵਨ ਨਹੀਂ ਸੀ ਕਰਦਾ, ਸ੍ਰੇਸ਼ਟ ਮਤ ਪ੍ਰਾਪਤ ਕਰਕੇ ਆਪਣੇ ਪਰਲੋਕ ਨੂੰ ਸੁਧਾਰ ਰਿਹਾ। ਭਾਵ ਸਿੱਖ ਜਿਹੜੇ ਸੀ ਉਸ ਮਾਸ ਸ਼ਰਾਬ ਦਾ ਸੇਵਨ ਨਹੀਂ ਸੀ ਕਰਦੇ। ਸ਼ੀਘਰ ਪਹੁੰਚਿਓ ਧਰੀ ਉਪਾਇਨ, ਬੰਧਨ ਕੀਨ ਕਮਲ ਸੇ ਪਾਇਨ। ਇਹ ਗੁਰਸਿੱਖ ਛੇਤੀ ਤੋਂ ਛੇਤੀ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਪਹੁੰਚਣਾ ਚਾਹੁੰਦਾ ਹੈ। ਇਹ ਕਾਹਲੀ ਕਾਹਲੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਪਹੁੰਚਦਾ ਹੈ। ਆਪਣੀ ਜਿਹੜੀ ਭੇਟਾ ਸੀ ਉਹ ਸਤਿਗੁਰੂ ਜੀ ਦੇ ਚਰਨਾਂ 'ਤੇ ਰੱਖੀ। ਗੁਰੂ ਸਾਹਿਬ ਜੀ ਦੇ ਕਮਲ ਵਰਗੇ ਸੋਹਣੇ ਚਰਨਾਂ 'ਤੇ ਇਹਨੇ ਨਮਸਕਾਰ ਕੀਤੀ। ਤਬ ਗੁਰ ਕੇ ਕਰ ਬਾਜ ਬਟੇਰਾ, ਦੁਤਿ ਹਾਥ ਸੋ ਗਹੇ ਬਟੇਰਾ। ਉਸ ਵੇਲੇ ਕਹਿੰਦੇ ਕੀ ਵੇਖਦਾ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਇੱਕ ਹੱਥ ਦੇ ਉੱਪਰ ਆਪਣਾ ਵੱਡਾ ਬਾਜ ਬਿਠਾਇਆ ਹੋਇਆ ਹੈ, ਦੂਜੇ ਹੱਥ ਵਿੱਚ ਇੱਕ ਬਟੇਰਾ ਫੜਿਆ ਹੋਇਆ ਹੈ, ਤੇ ਆਮਿਕ ਪਹ ਤਹਾ ਖਵਾਵਣ ਕਰੇ, ਦੋਨੋਂ ਕਰ ਸ਼ਰੋਣਤ ਸੋਂ ਭਰੇ। ਤੇ ਸਤਿਗੁਰੂ ਜੀ ਉਸ ਆਪਣੇ ਸ਼ਿਕਾਰੀ ਬਾਜ ਨੂੰ ਬਟੇਰੇ ਦਾ ਮਾਸ ਖਵਾ ਰਹੇ ਨੇ। ਸਤਿਗੁਰੂ ਜੀ ਦੇ ਦੋਵੇਂ ਹੱਥ ਖੂਨ ਦੇ ਵਿੱਚ ਭਿੱਜੇ ਹੋਏ ਨੇ, ਕਿਉਂਕਿ ਉਹ ਜਿਹੜਾ ਬਟੇਰਾ ਸੀ ਉਹਦਾ ਖੂਨ ਸਤਿਗੁਰੂ ਜੀ ਦੇ ਹੱਥਾਂ ਨੂੰ ਲੱਗਾ ਹੋਇਆ ਹੈ। ਹੇਰਤ ਸਿੱਖ ਨੇ ਤਰਕ ਵਿਚਾਰੀ, ਗਾਦੀ ਸ਼੍ਰੀ ਨਾਨਕ ਕੀ ਭਾਰੀ। ਸਿੱਖ ਨੇ ਜਦੋਂ ਇਹ ਕੌਤਕ ਵੇਖਿਆ ਕਿ ਸਤਿਗੁਰੂ ਜੀ ਦੇ ਹੱਥ ਵਿੱਚ ਇੱਕ ਬਾਜ ਹੈ ਜਿਹੜਾ ਇੱਕ ਮਰੇ ਹੋਏ ਪੰਛੀ ਦਾ ਮਾਸ ਖਾ ਰਿਹਾ ਹੈ, ਤੇ ਸਤਿਗੁਰੂ ਜੀ ਉਹਨੂੰ ਆਪਣੇ ਹੱਥੀਂ ਮਾਸ ਖਵਾ ਰਹੇ ਨੇ ਬਾਜ ਨੂੰ। ਇਹ ਵੇਖ ਕੇ ਸੋਚ ਵਿਚਾਰ ਕੀਤੀ, ਸਿੱਖ ਦੇ ਮਨ ਵਿੱਚ ਤਰਕ ਪੈਦਾ ਹੋਈ ਕਿ ਇਹ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਬੜੀ ਮਹਾਨ ਹੈ, ਤੇ ਦਇਆ ਬਹੀਨ ਕਰਤ ਇਹ ਕਾਜਾ, ਜਿਨ ਕੋ ਨਾਮ ਗਰੀਬ ਨਿਵਾਜਾ। ਤੇ ਮਨ ਵਿੱਚ ਇੱਕ ਸ਼ੰਕਾ ਪੈਦਾ ਹੋਇਆ ਉਸ ਗੁਰਸਿੱਖ ਦੇ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੂੰ ਸੰਗਤ ਗਰੀਬ ਨਿਵਾਜ ਕਹਿੰਦੀ ਹੈ, ਇਹ ਤੇ ਦਇਆ ਰਹਿਤ ਨਿਰਦਈਆਂ ਵਾਲਾ ਕੰਮ ਕਰ ਰਹੇ ਨੇ। ਇੱਕ ਪੰਛੀ ਨੂੰ ਦੂਸਰੇ ਪੰਛੀ ਦਾ ਮਾਸ ਖਵਾ ਰਹੇ ਨੇ। ਤੇ ਕਾਂਛੀ ਤਜ ਕਰ ਦੂਰ ਕਨੇਰੇ, ਆਏ ਆਹ ਇਹਾਂ ਰੀਤ ਅਸਹੇਰੇ। ਕਹਿੰਦੇ ਅਸੀਂ ਤੇ ਕਾਂਛੀ ਵਰਗੇ ਪਵਿੱਤਰ ਸ਼ਹਿਰ ਨੂੰ ਛੱਡ ਕੇ ਇੰਨੀ ਦੂਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਆਏ, ਤੇ ਇੱਥੇ ਕੀ ਅਜੀਬ ਵਰਤਾਰਾ ਵਰਤ ਰਿਹਾ ਕਿ ਗੁਰੂ ਸਾਹਿਬ ਇੱਕ ਪੰਛੀ ਨੂੰ ਮਾਸ ਪੈ ਖਵਾਉਂਦੇ ਨੇ। ਇਮ ਗਿਣਤੀ ਮਨ ਗਿਣਤ ਮਹਾਨੀ, ਸ਼੍ਰੀ ਗੁਰੂ ਹਰਗੋਬਿੰਦ ਸਭ ਜਾਨੀ। ਇਸ ਤਰ੍ਹਾਂ ਉਸ ਸਿੱਖ ਨੇ ਮਨ ਵਿੱਚ ਕਈ ਤਰ੍ਹਾਂ ਦੀਆਂ ਕਹਿੰਦੇ ਵਿਚਾਰਾਂ, ਕਈ ਤਰ੍ਹਾਂ ਦੀਆਂ ਗਿਣਤੀਆਂ ਮਿਣਤੀਆਂ ਕੀਤੀਆਂ। ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਉਹਦੇ ਮਨ ਦੀ ਅਵਸਥਾ ਨੂੰ ਜਾਣ ਗਏ ਨੇ। ਸਤਿਗੁਰੂ ਕਹਿਣ ਲੱਗੇ, ਕਿਆ ਚਿਤਵਤ ਚਿਤ ਮੈਂ ਬਹੁ ਤਰਕਾ, ਭੇਵ ਨ ਜਾਣ ਸਕੇ ਤੂੰ ਧੁਰ ਕਾ। ਸਤਿਗੁਰੂ ਕਹਿਣ ਲੱਗੇ, ਭਾਈ ਸਿੱਖਾ ਤੂੰ ਆਪਣੇ ਮਨ ਵਿੱਚ ਕਿਹੜੀਆਂ ਸ਼ੰਕਾਵਾਂ ਕਰੀ ਜਾ ਰਿਹਾ ਹੈ? ਅਸਲ ਵਿੱਚ ਤੈਨੂੰ ਦਰਗਾਹੀ ਭੇਦ ਦੀ ਸੋਝੀ ਨਹੀਂ ਹੈ। ਤੇ ਸੁਣਤ ਸਿੱਖ ਗੁਰ ਤੇ ਬਿਸਮਾਇਓ, ਹੋਏ ਦੀਨ ਕਰ ਬਿਨੈ ਅਲਾਇਓ। ਜਦੋਂ ਸਤਿਗੁਰੂ ਜੀ ਨੇ ਬਚਨ ਆਖੇ ਕਿ ਤੈਨੂੰ ਦਰਗਾਹੀ ਭੇਦ ਦਾ ਪਤਾ ਨਹੀਂ, ਇਹ ਸੁਣ ਕੇ ਸਿੱਖ ਜਿਹੜਾ ਬੜਾ ਚੰਬਤ ਹੋਇਆ ਕਿ ਉਹਦੇ ਅੰਦਰ ਦੀ ਭਾਵਨਾ ਸਤਿਗੁਰੂ ਜੀ ਜਾਣ ਗਏ। ਨਿਮਰਤਾ ਸਹਿਤ ਹੱਥ ਜੋੜ ਕੇ ਕਹਿਣ ਲੱਗਿਆ, ਕਿਰਪਾ ਨਿਧਾਨ ਆਪ ਸਭ ਜਾਨੋ, ਘਟ ਘਟ ਕੋ ਬਿਰਤਾਂਤ ਨਿਸ਼ਾਨੋ। ਹੱਥ ਜੋੜ ਕੇ ਕਹਿੰਦੇ, ਕਿਰਪਾ ਦੇ ਖਜ਼ਾਨੇ ਸਤਿਗੁਰੂ ਆਪ ਜੀ ਸਭ ਕੁਝ ਜਾਣਦੇ ਹੋ। ਘਟ ਘਟ ਦੀ ਅਵਸਥਾ ਬਾਰੇ ਆਪ ਜੀ ਦੇ ਕੋਲੋਂ ਕੁਝ ਵੀ ਛੁਪਿਆ ਹੋਇਆ ਨਹੀਂ। ਮੈਂ ਕਿਆ ਕਹੂੰ ਨ ਸਮਰੱਥ ਹੋ ਕੋਈ,
ਵੈਰ ਕਿਰਿਆ ਪਿਕ ਸ਼ੰਕਾ ਹੋਈ। हे ਸਤਿਗੁਰੂ, ਮੈਂ ਕੀ ਕਹਿ ਸਕਦਾ, ਮੇਰੀ ਤੇ ਕੋਈ ਸਮਰੱਥਾ ਹੀ ਨਹੀਂ ਹੈ। ਮੈਨੂੰ ਤਾਂ ਤੁਹਾਡੇ ਇਸ ਕਾਰਜ ਦਾ ਬਾਹਰੀ ਰੂਪ ਵੇਖ ਕੇ ਸ਼ੰਕਾ ਹੋਈ ਹੈ ਕਿ ਤੁਹਾਡੇ ਇੱਕ ਹੱਥ ਵਿੱਚ ਬਾਜ ਹੈ, ਦੂਸਰੇ ਹੱਥ ਵਿੱਚ ਇੱਕ ਬਟੇਰਾ ਹੈ, ਤੇ ਬਾਜ ਉਸ ਮਰੇ ਹੋਏ ਬਟੇਰੇ ਦਾ ਮਾਸ ਖਾ ਰਿਹਾ ਹੈ। ਖੂਨ ਦੇ ਨਾਲ ਤੁਹਾਡੇ ਹੱਥ ਭਿੱਜੇ ਨੇ। ਇਹ ਵੇਖ ਕੇ ਮੇਰੇ ਮਨ ਵਿੱਚ ਕਈ ਤਰ੍ਹਾਂ ਦੀਆਂ ਵਿਚਾਰਾਂ ਆ ਰਹੀਆਂ। ਤਬ ਸਤਿਗੁਰ ਤਿਨ ਖਗ ਕੀ ਗਾਥਾ, ਪ੍ਰਥਮ ਜਨਮ ਕੀ ਕਹਿ ਸਿੱਖ ਸਾਥਾ। ਕਹਿੰਦੇ ਉਸ ਵੇਲੇ ਸਤਿਗੁਰੂ ਜੀ ਨੇ ਉਸ ਸਿੱਖ ਨੂੰ ਉਹਨਾਂ ਪੰਛੀਆਂ ਦੇ ਪਿਛਲੇ ਜਨਮ ਦੀ ਕਹਾਣੀ ਸੁਣਾਈ। ਸਤਿਗੁਰੂ ਕਹਿਣ ਲੱਗੇ, ਭਾਈ ਹੁਤੋ ਬਟੇਰਾ ਕੇਵਟ ਸਰਤਾ, ਲੇਤ ਮਜੂਰੀ ਪਾਰ ਉਤਰਤਾ। ਸਤਿਗੁਰੂ ਕਹਿਣ ਲੱਗੇ, ਅਸਲ ਵਿੱਚ ਇਹ ਜਿਹੜਾ ਬਟੇਰਾ ਹੈ ਨਾ, ਇਹ ਪਿਛਲੇ ਜਨਮ ਦੇ ਵਿੱਚ ਮਲਾਹਾ ਸੀ। ਨਦੀ ਤੋਂ ਬੇੜੀ ਦੇ ਵਿੱਚ ਜਿਹੜੇ ਪਾਰ ਕਰਨ ਵਾਲੇ ਰਾਹੀ ਹੁੰਦੇ ਸੀ, ਉਹਨਾਂ ਨੂੰ ਨਦੀ ਪਾਰ ਕਰਾਉਂਦਾ ਸੀ। ਤੇ ਸਤਿਗੁਰੂ ਜੀ ਕਹਿੰਦੇ ਮਜ਼ਦੂਰੀ ਦੇ ਪੈਸੇ ਲੈਂਦਾ ਸੀ ਤੇ ਨਦੀ ਪਾਰ ਕਰਵਾਉਂਦਾ ਸੀ ਜਿਹੜੇ ਨਦੀ ਪਾਰ ਕਰਨ ਆਉਂਦੇ ਸੀ। ਚਤੁਰਥ ਸ਼੍ਰੀ ਸਤਿਗੁਰ ਕੇ ਤੀਰ, ਹੁਤੋ ਬਾਜ ਏ ਸਿੱਖ ਸਰੀਰ। ਤੇ ਸਤਿਗੁਰੂ ਕਹਿਣ ਲੱਗੇ ਕਿ ਚੌਥੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਇਹ ਜਿਹੜਾ ਸਾਡੇ ਹੱਥ ਤੇ ਬਾਜ ਬੈਠਾ ਹੈ, ਇਹ ਸਿੱਖ ਸੀ, ਸਿੱਖ ਦੇ ਸਰੀਰ ਵਿੱਚ ਮੌਜੂਦ ਸੀ। ਉਸ ਵੇਲੇ ਕਿਸ ਕਾਰਜ ਕੋ ਜਬੇ ਪਠਾਇਓ, ਚਲ ਮਾਰਗ ਇਸ ਕੇ ਢਿੱਗ ਆਇਓ। ਸਤਿਗੁਰੂ ਕਹਿਣ ਲੱਗੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਸਿੱਖ ਨੂੰ ਜਿਹੜਾ ਹੁਣ ਬਾਜ ਬਣਿਆ, ਇਹਨੂੰ ਕਿਸੇ ਕੰਮ ਦੇ ਵਾਸਤੇ ਭੇਜਿਆ। ਇਹ ਗੁਰਸਿੱਖ ਉਸ ਨਦੀ ਦੇ ਕੰਢੇ ਤੇ ਪਹੁੰਚਿਆ ਜਿੱਥੇ ਇਹ ਬਟੇਰਾ ਪਿਛਲੇ ਜਨਮ ਵਿੱਚ ਮਲਾਹ ਸੀ। ਤੇ ਇਹਦੇ ਕੋਲ ਪਹੁੰਚਦਾ ਤੇ ਕਹਿਓ ਕਿ ਮੈਂ ਕੋ ਮੋਕੋ ਪਾਰ ਉਤਾਰ, ਗੁਰ ਕੋ ਕਾਜ ਕਰਨ ਬਿਨ ਬਾਰ। ਤੇ ਕਹਿੰਦੇ ਇਸ ਸਿੱਖ ਨੇ ਮਲਾਹ ਨੂੰ ਆ ਕੇ ਆਖਿਆ ਕਿ ਭਾਈ ਮੈਨੂੰ ਨਦੀ ਪਾਰ ਕਰਵਾ ਦਿਓ, ਮੈਂ ਗੁਰੂ ਜੀ ਦਾ ਕੋਈ ਕਾਰਜ ਕਰਨ ਜਾਣਾ ਹੈ, ਬਿਨਾਂ ਦੇਰੀ ਕਾਰਜ ਕਰਕੇ ਆਉਣਾ ਚਾਹੁੰਦਾ, ਇਸ ਕਰਕੇ ਨਦੀ ਪਾਰ ਕਰਵਾ ਦਿਓ। ਚੜ੍ਹ ਬੈਠਿਓ ਤਰਨੀ ਪਰ ਜਬੈ, ਸਰਤਾ ਬੀਚ ਚਲੀ ਤਰ ਤਬੈ। ਤੇ ਸਤਿਗੁਰੂ ਕਹਿੰਦੇ ਗੁਰਸਿੱਖ ਬੇੜੀ ਦੇ ਵਿੱਚ ਬੈਠ ਗਿਆ। ਬੇੜੀ ਨਦੀ ਦੇ ਵਿੱਚ ਚੱਲ ਪਈ ਹੈ। ਸਭ ਤੇ ਲਈ ਮਜੂਰੀ ਜਾਚ, ਸਿੱਖ ਕੇ ਪਾਸ ਸੋ ਪੈਸੇ ਪਾਂਚ। ਸਤਿਗੁਰੂ ਕਹਿਣ ਲੱਗੇ ਉਸ ਮਲਾਹ ਨੇ ਸਾਰਿਆਂ ਕੋਲੋਂ ਮੰਗ ਕੇ ਮਜ਼ਦੂਰੀ ਲਈ ਕਿ ਜੋ ਨਦੀ ਪਾਰ ਕਰਵਾਉਣ ਦੀ ਮਜ਼ਦੂਰੀ ਲੈਂਦਾ। ਸਿੱਖ ਦੇ ਕੋਲੋਂ ਵੀ ਉਹਨੇ ਪੈਸੇ ਮੰਗੇ। ਸਿੱਖ ਦੇ ਕੋਲ ਉਸ ਵੇਲੇ 5 ਪੈਸੇ ਨੇ। ਸੋ ਸਭ ਦੇ ਰਹਿਓ ਨਹਿ ਲੀਨ, ਰਿਸ਼ਤਰ ਅਧਿਕ ਤਾੜ ਨਾ ਕੀਨ। ਤੇ ਸਤਿਗੁਰੂ ਕਹਿਣ ਲੱਗੇ ਉਹ ਸਿੱਖ ਮਲਾਹ ਨੂੰ ਸਾਰੇ ਪੈਸੇ ਦੇ ਰਿਹਾ ਸੀ, ਪਰ ਮਲਾਹ ਨੇ ਉਹ ਲਏ ਨਹੀਂ, ਸਗੋਂ ਉਹਨੇ ਗੁੱਸੇ ਵਿੱਚ ਆ ਕੇ ਤਾੜਨਾ ਕੀਤੀ ਕਿ ਤੁਰਕ ਜੇਜੀਆ ਅਧਿਕ ਲਗਾਇਓ, ਰਣ ਤੇ ਚੌਗਣ ਦੇਹ ਤਜਾਇਓ। ਸਤਿਗੁਰੂ ਕਹਿਣ ਲੱਗੇ ਮਲਾਹ ਕਹਿੰਦਾ ਸੀ ਪੈਸੇ ਥੋੜ੍ਹੇ ਨੇ, ਜ਼ਿਆਦਾ ਚਾਹੀਦੇ ਨੇ, ਕਿਉਂਕਿ ਤੁਰਕਾਂ ਨੇ ਟੈਕਸ ਬਹੁਤ ਲਗਾਇਆ ਹੋਇਆ ਹੈ, ਇਸ ਤੋਂ 4 ਗੁਣਾ ਵੱਧ ਦੇਵੇਂਗਾ ਤਾਂ ਤੈਨੂੰ ਅੱਗੇ ਜਾਣ ਦਿਆਂਗਾ। ਤੇ ਸਤਿਗੁਰੂ ਕਹਿੰਦੇ ਸਿੱਖ ਦੇ ਕੋਲ ਪੈਸੇ ਥੋੜ੍ਹੇ ਸੀ। ਸੁਣ ਸਿੱਖ ਬਿਨਤੀ ਕਰ ਭਉ ਕਹਿਓ, ਅਬ ਹਮ ਪਾਸ ਨਹੀਂ ਕੁਛ ਰਹਿਓ। ਤੇ ਸਿੱਖ ਹੱਥ ਜੋੜ ਕੇ ਕਹਿਣ ਲੱਗਿਆ ਮਲਾਹ ਨੂੰ ਕਿ ਮੇਰੇ ਕੋਲ ਹੁਣ ਬਾਕੀ ਕੁਝ ਵੀ ਨਹੀਂ ਬਚਿਆ। 5 ਪੈਸੇ ਕੋਲ ਸੀ ਉਹ ਤੈਨੂੰ ਦੇ ਦਿੱਤੇ ਨੇ, ਹੋਰ ਮੇਰੇ ਕੋਲ ਕੋਈ ਪੈਸਾ ਨਹੀਂ ਹੈ। ਕਾਰਜ ਗੁਰ ਕੋ ਲੰਘਣ ਪਾਰ, ਲੀਜੈ ਇਹ ਨਾ ਕਰੋ ਤੁਕ ਤਕਰਾ। ਤੇ ਸਿੱਖ ਨੇ ਮਲਾਹ ਦੇ ਤਰਲੇ ਲੈ ਕੇ ਵੇਖ ਭਾਈ ਮੈਂ ਗੁਰੂ ਜੀ ਦੇ ਕਿਸੇ ਕੰਮ ਵਾਸਤੇ ਨਦੀ ਪਾਰ ਜਾਣਾ, ਇਹ 5 ਪੈਸੇ ਲੈ ਲੈ ਤੇ ਮੇਰੇ ਨਾਲ ਝਗੜਾ ਨਾ ਕਰ। ਕਹਿਬੋ ਰਹਿਓ ਨਾ ਮੂਰਖ ਮਾਨੀ, ਲੀਨ ਉਠਾਏ ਗਇਓ ਦਿੜ ਪਾਣੀ। ਤੇ ਸਤਿਗੁਰੂ ਦੱਸਦੇ ਨੇ ਕਿ ਭਾਈ ਇਹ ਜਿਹੜਾ ਸਿੱਖ ਸੀ ਇਹਨੇ ਉਸ ਮਲਾਹ ਨੂੰ ਬੜਾ ਸਮਝਾਇਆ, ਬੜਾ ਉਹਨੂੰ ਆਖਿਆ ਕਿ ਪੈਸੇ ਲੈ ਲੈ, ਬਾਕੀ ਪੈਸੇ ਮੇਰੇ ਕੋਲ ਨਹੀਂ। ਪਰ ਉਹ ਜਿਹੜਾ ਮਲਾਹ ਸੀ ਮੰਨਿਆ ਨਹੀਂ। ਉਹਨੇ ਹੱਥਾਂ ਦੇ ਨਾਲ ਫੜ ਕੇ ਇਸ ਸਿੱਖ ਨੂੰ ਧੱਕਾ ਦਿੱਤਾ। ਬਲ ਤੇ ਸਿੱਖ ਕੋ ਦੀਨ ਧਕੇਲਾ, ਹੋਏ ਨਿਰਦੈ ਸਲਿਤਾ ਮੈਂ ਮੇਲਾ। ਤੇ ਸਤਿਗੁਰੂ ਕਹਿਣ ਲੱਗੇ ਕਿ ਜ਼ੋਰ ਦੇ ਨਾਲ ਸਿੱਖ ਨੂੰ ਧੱਕਾ ਦਿੱਤਾ। ਉਸ ਨਿਰਦਈ ਬੇਤਰਸ ਮਲਾਹ ਨੇ ਇਸ ਗੁਰਸਿੱਖ ਨੂੰ ਨਦੀ ਦੇ ਵਿੱਚ ਸੁੱਟ ਦਿੱਤਾ। ਸਹਿਤ ਕਰੋਧ ਸਿੱਖ ਚਾਹਤ ਐਸੇ, ਆਮਿਖ ਕਾਟ ਖਾਓ ਇਸ ਜੈਸੇ। ਤੇ ਸਤਿਗੁਰੂ ਕਹਿੰਦੇ ਉਸ ਵੇਲੇ ਸਿੱਖ ਨੇ ਜਦੋਂ ਇਹਨੂੰ ਨਦੀ ਵਿੱਚ ਸੁੱਟਿਆ, ਮਨ ਵਿੱਚ ਕ੍ਰੋਧ ਆ ਗਿਆ, ਗੁੱਸਾ ਆ ਗਿਆ, ਸੁਭਾਵਕ ਹੈ
ਕਿ ਜਦੋਂ ਕਿਸੇ ਦੇ ਨਾਲ ਬੇਵਜ੍ਹਾ ਧੱਕਾ ਕੀਤਾ ਜਾਂਦਾ ਹੈ ਤੇ ਉਹਦੇ ਮਨ 'ਚ ਗੁੱਸਾ ਆਉਂਦਾ ਹੈ। ਸਤਿਗੁਰੂ ਕਹਿੰਦੇ ਉਸ ਵੇਲੇ ਇਸ ਗੁਰਸਿੱਖ ਦੇ ਮੂੰਹੋਂ ਇੱਕ ਬਚਨ ਨਿਕਲਿਆ ਕਿ ਜਿਵੇਂ ਤੂੰ ਮੈਨੂੰ ਧੱਕਾ ਦੇ ਕੇ ਬੇਤਰਸ ਹੋ ਕੇ ਨਿਰਦਈ ਹੋ ਕੇ ਨਦੀ ਵਿੱਚ ਸੁੱਟਿਆ ਨਾ, ਉਹਨੇ ਇਸੇ ਤਰ੍ਹਾਂ ਆਖਿਆ ਕਿ ਮੈਂ ਵੀ ਇਸੇ ਤਰ੍ਹਾਂ ਤੇਰੇ ਮਾਸ ਦੇ ਟੁਕੜੇ ਕਰਕੇ ਖਾਵਾਂਗਾ। ਕਹਿੰਦਾ ਮੇਰਾ ਵੀ ਮਨ ਕਰਦਾ ਤੇਰੇ ਟੁਕੜੇ ਕਰਕੇ ਖਾ ਜਾਵਾਂ। ਜਦੋਂ ਉਹਨੇ ਇਸ ਤਰ੍ਹਾਂ ਬਚਨ ਆਖੇ, ਗੁਰ ਕੋ ਅਦਬ ਨ ਕਰੁਣਾ ਕੀਨ, ਇਮ ਚਤਵਤ ਪ੍ਰਾਨਣ ਤਜ ਦੀਨ। ਤੇ ਸਤਿਗੁਰੂ ਕਹਿਣ ਲੱਗੇ ਇਸ ਮਲਾਹ ਨੇ ਤਾਂ ਗੁਰੂ ਜੀ ਦਾ ਅਦਬ ਨਹੀਂ ਸੀ ਕੀਤਾ, ਨਾ ਹੀ ਗੁਰਸਿੱਖ ਤੇ ਕੋਈ ਤਰਸ ਖਾਧਾ, ਪਰ ਸਿੱਖ ਨੇ ਦੇਹ ਬਾਜ ਕੋ ਪਾਇਓ, ਦੈਵ ਜੋਗ ਤੇ ਹਮ ਕਰ ਆਇਓ। ਸਤਿਗੁਰੂ ਕਹਿੰਦੇ ਇਸ ਸਿੱਖ ਨੇ ਵੀ ਜਿਹੜਾ ਮਨ ਦੇ ਵਿੱਚ ਅੰਤਮ ਵੇਲੇ ਮਾਸ ਖਾਣ ਦੀ ਵਿਚਾਰ ਬਣਾ ਲਈ ਕਿ ਮੈਂ ਤੇਰਾ ਮਾਸ ਖਾ ਜਾਵਾਂਗਾ, ਭਾਵੇਂ ਗੁੱਸੇ ਵਿੱਚ ਹੀ ਆਖਿਆ, ਪਰ ਉਹ ਬਚਨ ਅੰਤਮ ਵੇਲੇ ਜਿਹੜੇ ਕਹੇ ਸੀ ਸਤਿਗੁਰੂ ਕਹਿੰਦੇ ਸੱਚ ਹੋ ਗਏ। ਇਹ ਸਿੱਖ ਬਾਜ ਦਾ ਸਰੀਰ ਪ੍ਰਾਪਤ ਕਰਕੇ ਆਇਆ ਦੂਸਰੇ ਜਨਮ ਵਿੱਚ, ਤੇ ਗੁਰੂ ਜੀ ਕਹਿੰਦੇ ਇਹਦੀ ਕਿਸਮਤ ਚੰਗੀ ਹੈ, ਸਾਡੇ ਹੱਥ ਤੇ ਆ ਕੇ ਬੈਠਾ, ਭਾਵ ਸਾਡਾ ਬਾਜ ਬਣ ਗਿਆ। ਮਰ ਕੇਵਟ ਇਹ ਭਇਓ ਬਟੇਰਾ, ਲੈ ਪਲਟਾ ਅਬ ਪੂਰਬ ਕੇਰਾ। ਸਤਿਗੁਰੂ ਕਹਿੰਦੇ ਉਧਰ ਮਲਾਹ ਜਦੋਂ ਮਰਿਆ ਆਪਣੇ ਕਰਮਾਂ ਕਰਕੇ ਬਟੇਰਾ ਬਣਿਆ, ਹੁਣ ਇਹ ਬਾਜ ਪਹਿਲਾਂ ਵਾਲਾ ਬਦਲਾ ਲੈ ਰਿਹਾ ਹੈ। ਇਸ ਕਰਕੇ ਤਿਆਗ ਦੇਹੇਂਗੇ ਤਨ ਕੋ ਦੋ, ਜਨਮ ਧਰਨ ਅਨਕਾਜ ਨਾ ਕੋ। ਸਤਿਗੁਰੂ ਕਹਿਣਗੇ ਹੁਣ ਇਹ ਦੋਵੇਂ ਹੀ ਸਮਾਂ ਪਾ ਕੇ ਬਟੇਰਾ ਤੇ ਮਰ ਚੁੱਕਿਆ ਹੈ, ਸਰੀਰ ਬਾਜ ਨੇ ਵੀ ਤਿਆਗ ਦੇਣਾ ਹੈ। ਤੇ ਸਤਿਗੁਰੂ ਕਹਿਣ ਲੱਗੇ ਹੋਰ ਹੁਣ ਇਹਨਾਂ ਨੂੰ ਜਨਮ ਧਾਰਨ ਦੀ ਜ਼ਰੂਰਤ ਨਹੀਂ ਰਹੇਗੀ, ਇਹਨਾਂ ਦਾ ਜਨਮ ਮਰਨ ਕੱਟਿਆ ਜਾਏਗਾ, ਕਿਉਂਕਿ ਦੋਵਾਂ ਤੇ ਗੁਰੂ ਦੀ ਮਿਹਰ ਭਰੀ ਨਜ਼ਰ ਹੋ ਗਈ। ਇਮ ਕਹਤੇ ਦੋਨੋਂ ਤਣ ਤਿਆਗਾ, ਨਾ ਪ੍ਰਕਾਸ਼ ਕੁਛ ਦੀਨ ਸਲਾਗਾ। ਕਹਿੰਦੇ ਇਸ ਤਰ੍ਹਾਂ ਜਦੋਂ ਸਤਿਗੁਰੂ ਜੀ ਨੇ ਬਚਨ ਆਖੇ ਤੇ ਬਟੇਰਾ ਪਹਿਲਾਂ ਹੀ ਮਰ ਚੁੱਕਿਆ ਹੈ। ਕੁਝ ਸਮੇਂ ਬਾਅਦ ਬਾਜ ਨੇ ਵੀ ਸਰੀਰ ਤਿਆਗ ਦਿੱਤਾ। ਕਹਿੰਦੇ ਆਕਾਸ਼ ਵਿੱਚ ਮਨ ਨੂੰ ਇੱਕ ਪ੍ਰਕਾਸ਼ ਦਿਖਾਈ ਦਿੱਤਾ, ਗੁਰ ਕਰ ਲੱਗੇ ਸੋ ਆਏ ਬਿਮਾਨ, ਗਏ ਸੁਰਗ ਕੋ ਬੋ ਸੁਖ ਠਾਣ। ਕਹਿੰਦੇ ਗੁਰੂ ਜੀ ਦੇ ਪਾਵਨ ਕਰ ਕਮਲਾਂ ਦੀ ਬਖਸ਼ਿਸ਼ ਦੇ ਨਾਲ ਉਹ ਦੋਵੇਂ ਜਿਹੜੀਆਂ ਆਤਮਾਵਾਂ ਸੀ, ਕਹਿੰਦੇ ਉਹ ਸੱਚਖੰਡ ਨੂੰ ਗਈਆਂ, ਦੋਵਾਂ ਦਾ ਭਲਾ ਹੋ ਗਿਆ। ਸੋ ਤਬ ਸਿੱਖਣੇ ਬੁੱਝੇ ਕਰ ਜੋਰ, ਕਸ ਪ੍ਰਕਾਸ਼ ਪਾ ਨਭ ਕੀ ਔਰ। ਉਸ ਵੇਲੇ ਜਿਹੜਾ ਕਾਂਚੀ ਤੋਂ ਆਇਆ ਸਿੱਖ ਸੀ ਹੱਥ ਜੋੜ ਕੇ ਗੁਰੂ ਜੀ ਨੂੰ ਪੁੱਛਦਾ ਕਿ ਸਤਿਗੁਰੂ ਜੀ ਇਹ ਆਕਾਸ਼ ਦੇ ਵਿੱਚ ਪ੍ਰਕਾਸ਼ ਕਾਹਦਾ ਹੈ? ਇਨਕੇ ਮਰਤ ਤੁਰਤ ਹੀ ਭਇਓ, ਪਲਕ ਪੁਰਨ ਮੈਂ ਹਟ ਸਭ ਗਇਓ। ਸਤਿਗੁਰੂ ਜੀ ਇਹਨਾਂ ਦੇ ਮਰਨ ਤੇ ਇੱਕਦਮ ਪ੍ਰਕਾਸ਼ ਹੋਇਆ ਤੇ ਪਲ ਭਰ ਵਿੱਚ ਸਭ ਕੁਝ ਮਿਟ ਵੀ ਗਿਆ। ਉਸ ਵੇਲੇ ਸਤਿਗੁਰ ਕਹਿਓ ਸੁਰਗ ਇਹ ਗਏ, ਵਿਦਤ ਪ੍ਰਕਾਸ਼ ਬਿਮਾਨਨ ਕਹੇ। ਸਤਿਗੁਰੂ ਕਹਿਣ ਲੱਗੇ ਭਾਈ ਸਿੱਖਾ, ਇਹ ਬਟੇਰਾ ਤੇ ਬਾਜ ਜਦੋਂ ਇਹ ਮਰੇ ਨੇ, ਇਹਨਾਂ ਦੀ ਆਤਮਾ ਦਾ ਭਲਾ ਹੋ ਗਿਆ ਹੈ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਸੱਚਖੰਡ ਨੂੰ ਗਏ ਨੇ, ਤੇ ਇਹ ਜਿਹੜਾ ਚਾਨਣ ਹੈ ਇਹਨਾਂ ਦਾ ਰੱਬੀ ਦਰਗਾਹੇ ਜਾਣ ਦਾ ਜਿਹੜਾ ਸਬੂਤ ਹੈ, ਸੁਣ ਕਰ ਜੋਰ ਬੰਧਨਾ ਕਰਕੇ ਗਇਓ ਸਿੱਖ ਸਭ ਚਲਤ ਨਿਹਰ ਕੇ। ਇਹ ਸੁਣ ਕੇ ਸਿੱਖ ਨੇ ਹੱਥ ਜੋੜੇ, ਗੁਰੂ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ, ਤੇ ਉਹ ਗੁਰਸਿੱਖ ਜਿਹੜਾ ਹੈ ਵਾਪਸ ਜਿੱਥੇ ਬਿਆਸ ਦਰਿਆ ਦੇ ਕੰਢੇ ਸੰਗਤ ਬੈਠੀ ਉੱਥੇ ਜਾਂਦਾ ਹੈ। ਸੰਗਤ ਸੰਗ ਮਿਲਿਓ ਤਬ ਜਾਏ, ਸਭ ਪ੍ਰਸੰਗ ਖੁਦਿਓ ਸੁਣਾਏ। ਇਹ ਸਿੱਖ ਫਿਰ ਸੰਗਤ ਨੂੰ ਜਾ ਕੇ ਮਿਲਿਆ, ਸਾਰਾ ਪ੍ਰਸੰਗ ਸਿੱਖ ਸੰਗਤ ਨੂੰ ਸੁਣਾਇਆ। ਧਰ ਸ਼ਰਧਾ ਕੋ ਤਬ ਹਰ ਖਾਏ, ਸਗਰੇ ਸਿੱਖ ਦਰਸ਼ਨ ਕੋ ਆਏ। ਉਸ ਵੇਲੇ ਜਿਹੜੀ ਕਾਂਛੀ ਦੀ ਸੰਗਤ ਸੀ, ਸਾਰਿਆਂ ਨੇ ਗੁਰੂ ਸਾਹਿਬ ਜੀ ਦੇ ਇਸ ਕੌਤਕ ਬਾਰੇ ਉਸ ਸਿੱਖ ਕੋਲੋਂ ਸੁਣਿਆ, ਮਨ ਵਿੱਚ ਬੜੀ ਸ਼ਰਧਾ ਧਾਰਨ ਕੀਤੀ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਆਏ।